वाहिगुरू जी का खालसा वाहिगुरू जी की फतेह। गुरु नानक साहब जी ਜਾਂਦੇ ਜਾਂਦੇ ਦੀਪਾਲੂ शहर ਵਿੱਚ ਗਏ। ਉੱਥੇ ਉਸ ਨਗਰ ਦੇ ਕਿਨਾਰੇ ਬਾਗ ਸੀ ਅਤੇ ਨਾਲ ਹੀ ਸਰੋਵਰ ਸਨ। ਭਾਵੇਂ ਸ਼ਬਦ ਕਰਦੇ ਸਨ। ਗੁਰੂ ਨਾਨਕ ਜੀ ਸਮਾਂ ਕੋ ਸ਼ਹਿਰ ਦੇ ਬਾਹਰ ਇੱਕ ਬਾਗ ਵਿੱਚ ਜਾ ਕੇ ਡੇਰਾ ਕਰ ਲਿਆ। ਉੱਥੇ ਕੋਈ ਮਨੁੱਖ ਕਦੀ ਹੀ ਜਾਂਦਾ ਸੀ। ਇੱਕ ਸਾਧ ਹਰ ਰੋਜ਼ ਪਹਿਰ ਰਾਤ ਰਹਿੰਦੀ ਨਹਾਉਣ ਲਈ ਆਉਂਦਾ ਸੀ ਅਤੇ ਗੁਰੂ ਜੀ ਦੇ ਕੋਲ ਹੀ ਲੰਘ ਕੇ ਜਾਂਦਾ ਸੀ। ਗੁਰੂ ਸਾਹਿਬ ਜੀ ਵੀ ਹਰ ਰੋਜ਼ ਉੱਥੇ ਇਸ਼ਨਾਨ ਕਰਦੇ ਸਨ ਅਤੇ ਫਿਰ ਆ ਕੇ ਭਜਨ ਕਰਨ ਬੈਠ ਜਾਂਦੇ ਸਨ। ਜਦੋਂ ਉਹ ਸਾਧ ਨਹਾਉਣ ਲਈ ਤਲਾਅ 'ਤੇ ਆਉਂਦਾ ਤਾਂ ਉਹ ਗੁਰੂ ਸਾਹਿਬ ਜੀ ਦੇ ਰੋਜ਼ ਦਰਸ਼ਨ ਕਰਦਾ। ਇੱਕ ਦਿਨ ਉਹ ਗੁਰੂ ਸਾਹਿਬ ਜੀ ਦੇ ਕੋਲ ਰੁਕ ਗਿਆ, ਜਾ ਕੇ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ, ਭਾਈ ਤੂੰ ਕੌਣ ਹੁੰਦਾ ਹੈ? ਤਾਂ ਉਸਨੇ ਕਿਹਾ, ਜੀ ਮੈਂ ਜੱਟ ਹੁੰਦਾ ਹਾਂ। ਗੁਰੂ ਜੀ ਨੇ ਕਿਹਾ, ਤੂੰ ਕੋਹੇ ਨੂੰ ਜਾਣਦਾ ਹੈ? ਥੋੜ੍ਹਾ ਚੁੱਪ ਕਰਕੇ ਕਹਿਣ ਲੱਗਾ, ਉਸ ਨਾਲ ਕੀ ਕੰਮ ਹੈ? ਗੁਰੂ ਜੀ ਨੇ ਕਿਹਾ, ਭਾਈ ਦੱਸੇਗਾ ਫਿਰ ਕੰਮ ਦੱਸਾਂਗੇ। ਉਸਨੇ ਕਿਹਾ, ਜੀ ਮੈਂ ਹੀ ਕੋਹਾ ਜੱਟ ਹਾਂ। ਗੁਰੂ ਸਾਹਿਬ ਜੀ ਨੇ ਉਸਨੂੰ ਗੱਲ ਨਾਲ ਲਾਇਆ ਅਤੇ ਸੁੱਖ ਸਾਂਦ ਪੁੱਛੀ। ਫਿਰ ਉਹ ਵੀ ਗੁਰੂ ਸਾਹਿਬ ਦੇ ਚਰਨਾਂ 'ਤੇ ਡਿੱਗ ਪਿਆ ਅਤੇ ਕਿਹਾ, ਮੈਂ ਤੁਹਾਨੂੰ ਨਹੀਂ ਪਛਾਣਿਆ। ਗੁਰੂ ਜੀ ਨੇ ਉਸਨੇ ਕਿਹਾ, ਭਾਈ ਉਹ ਸਮਾਂ ਯਾਦ ਕਰ ਜਿਸ ਸਮੇਂ ਆਪਾਂ ਰਾਤ ਨੂੰ ਇਕੱਠੇ ਕੀਰਤਨ ਕਰਦੇ ਹੁੰਦੇ ਸੀ। ਇੱਕ ਦਿਨ ਤੂੰ ਸਾਨੂੰ ਕਿਹਾ ਸੀ ਕਿ ਆਪਾਂ ਕੀ ਕਰੀਏ। ਗੁਰੂ ਸਾਹਿਬ ਜੀ ਲੋਕ ਸਾਡਾ ਖਹਿੜਾ ਨਹੀਂ ਛੱਡਦੇ ਅਤੇ ਹਰ ਰੋਜ਼ ਕਰਾਮਾਤਾਂ ਦਿਖਾਉਣ ਲਈ ਕਹਿੰਦੇ ਹਨ, ਪਰ ਮੈਨੂੰ ਬੜਾ ਗੁੱਸਾ ਆਉਂਦਾ ਸੀ ਕਿਉਂਕਿ ਕਰਾਮਾਤਾਂ ਕਦੀ ਹੀ ਦਿਖਾਈ ਜਾਂਦੀ ਹੈ। ਤਾਂ ਫਿਰ 15 ਵਰ੍ਹੇ ਆਪਾਂ ਇਕੱਠੇ ਰਹੇ। ਇਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਨੇ ਦੱਸਿਆ, ਮੈਂ ਤੁਹਾਨੂੰ ਕਿਹਾ ਸੀ ਤੁਸੀਂ ਹਿੰਦੂ ਜੱਟ ਦੇ ਘਰ ਜਨਮ ਲਵੋਗੇ ਅਤੇ ਤੁਹਾਡਾ ਉਧਾਰ ਹੋਵੇਗਾ ਅਤੇ ਇਹ ਵੀ ਕਿਹਾ ਸੀ ਕਿ ਆਪਾਂ ਫਿਰ ਮਿਲਾਂਗੇ। ਭਾਈ ਸਾਡਾ ਰੱਬ ਤਾਂ ਪੂਰਾ ਹੋ ਗਿਆ ਹੈ। ਹੁਣ ਅਸੀਂ ਖੱਤਰੀ ਦਾ ਜਨਮ ਪਾਇਆ ਹੈ। ਪਰ ਤੂੰ ਪਿੱਛੇ ਇੱਕ ਪਾਪ ਕੀਤਾ ਸੀ। ਤੇਰੀ ਇਸਤਰੀ ਕਾਮਾਵਤੀ ਸੀ, ਪਰ ਤੂੰ ਉਸਨੂੰ ਕਾਮਦਾਨ ਨਹੀਂ ਕੀਤਾ। ਉਸਦੇ ਮਨ ਵਿੱਚ ਕਾਮ ਦੀ ਤ੍ਰਿਸ਼ਨਾ ਰਹੀ, ਉਹ ਪੂਰੀ ਨਾ ਹੋਈ। ਇਸ ਕਰਕੇ ਤੈਨੂੰ ਪਾਪ ਹੋਇਆ ਹੈ। ਇਸ 'ਤੇ ਤੈਨੂੰ 15 ਵਰ੍ਹੇ ਤੇਲੀ ਦੇ ਘਰ ਰੱਖਿਆ ਹੈ। ਉਸ ਤੋਂ 15 ਵਰ੍ਹੇ ਪਿੱਛੋਂ ਤੂੰ ਮੋਇਆ, ਪਰ ਤੂੰ ਇੱਕ ਹੀ ਨਿਰੰਕਾਰ ਦਾ ਜਾਪ ਕਰਦਾ ਹੁੰਦਾ ਸੀ ਅਤੇ ਹੁਣ ਵੀ ਤੂੰ ਸਮਾਂ ਪਾ ਰਹਿਤ ਰਾਤ ਰਹਿੰਦਿਆਂ ਇਸ਼ਨਾਨ ਕਰਕੇ ਨਾਮ ਜਪਿਆ ਕਰ। ਫਿਰ ਗੁਰੂ ਸਾਹਿਬ ਜੀ ਨੇ ਕਿਹਾ, ਸੈਦੋ ਕਿੱਥੇ ਹੈ? ਅਸੀਂ ਉਸ ਨੂੰ ਵੀ ਮਿਲਣਾ ਹੈ। ਤਾਂ ਉਸ ਕੋਹੇ ਸਾਧ ਨੇ ਕਿਹਾ, ਜੀ ਉਹ ਤਾਂ ਮਰ ਗਿਆ ਹੈ। ਉਹ ਰਾਜਪੂਤਾਂ ਦੇ ਘਰ ਦਾ ਸੀ ਅਤੇ ਗੁਰੂ ਸਾਹਿਬ ਜੀ ਨੇ ਕਿਹਾ, ਇੱਥੋਂ 9 ਕੋਹ ਜਗ੍ਹਾ ਹੈ। ਰਵਿਦਾਸੀਆਂ ਦੇ ਘਰ, ਚਮਾਰਾਂ ਦੇ ਘਰ ਉਸ ਦਾ ਜਨਮ ਹੋਇਆ ਹੈ। ਕਿਉਂਕਿ ਪਰਮਾਤਮਾ ਭੁੱਲ ਕੇ ਹੀ ਇਹ ਜਨਮ ਪਾਈਦਾ ਹੈ। ਉਹ ਸਾਥੋਂ ਵਿਛੜਿਆ ਹੈ ਜਦੋਂ ਉਹ ਗੁਰੀਏ ਜੱਟ ਦੇ ਘਰੇ ਹੁੰਦਾ ਸੀ। ਉਸ ਦੀ ਮਾਤਾ ਦਾ ਨਾਮ ਸੁਹਾਵੀ ਸੀ। ਉਦੋਂ ਉਸਨੇ ਇੱਕ ਜੱਟ ਨੂੰ ਕਿਸੇ ਕੰਮ ਕਰਨ ਦੇ ਲਈ ਕਿਹਾ ਸੀ, ਪਰ ਉਸ ਦਾ ਮੌਕੇ 'ਤੇ ਉਸਦਾ ਕੰਮ ਨਾ ਕੀਤਾ। ਇਸ ਗੱਲ ਦਾ ਬੜਾ ਪਾਪ ਹੁੰਦਾ ਹੈ ਕਿ ਜੇਕਰ ਕਿਸੇ ਨਾਲ ਬਚਨ ਕਰਕੇ ਉਸ 'ਤੇ ਪੂਰਾ ਨਾ ਉਤਰਿਆ ਜਾਵੇ। ਅਤੇ ਇੱਕ ਵਾਰ ਉਸਨੇ ਰਾਜੇ ਜਨਕ ਨੂੰ ਝੂਠਾ ਚੋਰੀ ਖਿਲਾਇਆ ਸੀ। ਝੂਠ ਖਵਾਉਣ ਦਾ ਵੀ ਬੜਾ ਵੱਡਾ ਪਾਪ ਹੈ। ਅਤੇ ਇੱਕ ਪਾਪ ਹੋਰ ਉਸਨੇ ਕੀਤਾ ਸੀ। ਇੱਕ ਰਾਜੇ ਦੀਆਂ ਗੋਲੀਆਂ ਵਿੱਚ ਇੱਕ ਗੋਲੀ ਸੀ।
ਜਿਸ ਨਾਲ ਉਸਨੇ ਸਪਰਸ਼ ਕੀਤਾ ਸੀ ਤੇ ਇਹ ਵੀ ਉਸਨੂੰ ਪਾਪ ਲੱਗਾ ਤੇ ਇਸ ਕਰਕੇ ਉਸਨੂੰ ਜਨਮ ਭੁਗਤਣਾ ਪਿਆ। ਇੱਕ ਪਾਪ ਚੌਥਾ ਉਸਨੇ ਕੀਤਾ ਸੀ ਕਿ ਉਹ ਇੱਕ ਬਾਹਮਣ ਦੇ ਸਾਥ ਲੜਿਆ ਸੀ ਤੇ ਪੰਜਵਾਂ ਪਾਪ ਉਸਨੂੰ ਇਹ ਸੀ ਕਿ ਉਹ ਰਾਜੇ ਦੀ ਚੋਰੀ ਕਰਦਾ ਸੀ, ਪਰ ਰਾਜਾ ਧਰਮੀ ਹੋਣ ਕਰਕੇ ਉਹ ਉਸਨੂੰ ਕੁਛ ਵੀ ਨਹੀਂ ਕਹਿੰਦਾ ਸੀ। ਇਸ ਤਰ੍ਹਾਂ ਉਸਨੇ ਇੰਨੇ ਪਾਪ ਕੀਤੇ ਸਨ ਤੇ ਉਸਨੂੰ ਜਨਮ ਧਾਰਨੇ ਪਏ। ਫਿਰ ਕੋਹੇ ਨੇ ਅਰਦਾਸ ਕੀਤੀ, ਪਾਤਸ਼ਾਹ ਜੀ ਹੁਣ ਤੁਸੀਂ ਮੈਨੂੰ ਇਹ ਦਿਖਾਓ ਕਿ ਉਹ ਹੁਣ ਕਿਸ ਜਨਮ ਦੇ ਵਿੱਚ ਹੈ। ਗੁਰੂ ਜੀ ਨੇ ਕਿਹਾ ਚਲੋ ਉਸ ਬਾਰੇ ਫਿਰ ਦੱਸਾਂਗੇ, ਪਰ ਤੂੰ ਸਾਡੇ ਨਾਲ 225 ਵਰਿਆਂ ਤੋਂ ਪਿੱਛੇ ਹੈ। ਹੁਣ ਅਸੀਂ 9ਵੇਂ ਮਹਿਲ ਵਿੱਚ ਜਾ ਕੇ ਫਿਰ ਉਧਾਰ ਕਰਾਂਗੇ। ਫਿਰ ਕੋਹੇ ਨੇ ਅਰਦਾਸ ਕੀਤੀ, ਗੁਰੂ ਜੀ ਤੁਹਾਡੇ ਵਾਸਤੇ ਪ੍ਰਸ਼ਾਦ ਲੈ ਕੇ ਆਵਾਂ। ਗੁਰੂ ਜੀ ਨੇ ਕਿਹਾ ਠੀਕ ਹੈ, ਜਲਦੀ ਆ ਜਾਈਂ ਤੇ ਆਪਣੇ ਪੁੱਤਰ ਨੂੰ ਵੀ ਨਾਲ ਲੈ ਕੇ ਆਈ। ਉਹ ਘਰੋਂ ਪ੍ਰਸ਼ਾਦ ਤਿਆਰ ਕਰਵਾ ਕੇ ਲੈ ਕੇ ਆਇਆ, ਆਪਣੇ ਪੁੱਤਰ ਅਤੇ ਘਰਵਾਲੀ ਨੂੰ ਨਾਲ ਲੈ ਕੇ ਆਇਆ। ਗੁਰੂ ਸਾਹਿਬ ਜੀ ਨੇ ਉਸ ਨੂੰ ਆਖਿਆ ਕਿ ਤੇਰਾ ਪੁੱਤਰ ਵੀ ਬੜਾ ਵੱਡਾ ਭਗਤ ਸੀ, ਉਸਨੇ ਬੜੀ ਬੰਦਗੀ ਕੀਤੀ ਹੈ। ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣੇ ਚਰਨਾਂ ਦੀਆਂ ਖੜਾਵਾਂ ਦਿੱਤੀਆਂ। ਕੋਹੇ ਦੇ ਪੁੱਤ ਨੇ ਉਹਨਾਂ ਨੂੰ ਆਪਣੇ ਸਿਰ ਦੇ ਉੱਪਰ ਰੱਖ ਲਿਆ ਅਤੇ ਗੁਰੂ ਸਾਹਿਬ ਜੀ ਦੇ ਅੱਗੇ ਦੰਡੌਤ ਵੰਦਨਾ ਕੀਤੀ। ਕੋਹੇ ਨੇ ਫਿਰ ਕਿਹਾ ਜੀ ਤੁਸੀਂ ਪ੍ਰਸ਼ਾਦ ਛਕ ਲਓ। ਗੁਰੂ ਸਾਹਿਬ ਜੀ ਨੇ ਕਿਹਾ ਤੂੰ ਵੀ ਪ੍ਰਸ਼ਾਦ ਛਕ ਲੈ। ਕੋਹੇ ਨੇ ਕਿਹਾ ਤੁਸੀਂ ਮੈਨੂੰ ਪ੍ਰਸ਼ਾਦ ਸ਼ਬਦ ਦਿੱਤਾ ਹੈ, ਇਸ ਦੇ ਨਾਲ ਮੇਰਾ ਉਧਾਰ ਹੋ ਗਿਆ ਹੈ ਤੇ ਤ੍ਰਿਪਤੀ ਹੋ ਗਈ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਤੇਰੇ ਘਰ ਵਾਲੀ ਵੀ ਬੜੀ ਭਗਤਣੀ ਹੈ, ਅਸੀਂ ਤੈਨੂੰ 3 ਜਨਮ ਤਖਾਣ ਦੇ ਘਰ ਰੱਖਿਆ ਸੀ। ਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਉਹਨਾਂ ਸਾਰਿਆਂ ਦੇ ਨਾਮ ਦੱਸੇ। ਅਤੇ ਗੁਰੂ ਜੀ ਨੇ ਉਸ ਨੂੰ ਦੱਸਿਆ ਹੁਣ ਤੂੰ ਅਗਲੇ ਜਨਮ ਵਿੱਚ ਜੱਟ ਦੇ ਘਰ ਜਨਮੇਗਾ। ਉੱਥੇ ਨਦੀ ਦੇ ਕਿਨਾਰੇ ਇੱਕ ਕਸਬਾ ਹੋਵੇਗਾ, ਤੈਨੂੰ ਉੱਥੇ ਵੀ ਸਾਡੇ ਦਰਸ਼ਨ ਹੋਣਗੇ। ਅਤੇ ਤੂੰ ਬੜਾ ਗੁਰਮੁਖ ਹੋਵੇਂਗਾ। ਫਿਰ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਜਦੋਂ ਤੂੰ 7ਵੇਂ ਜਾਮੇ ਵਿੱਚ ਹੋਵੇਂਗਾ ਤਾਂ ਤੇਰੇ ਪੁੱਤਰ ਦਾ ਉਧਾਰ ਹੋਵੇਗਾ। ਕੋਹੇ ਨੇ ਕਿਹਾ ਮੇਰੀ ਇਸਤਰੀ ਰੋਗੀ ਹੀ ਰਹਿੰਦੀ ਹੈ, ਇਸ ਨੂੰ ਸ਼ਾਂਤ ਨਹੀਂ ਆਉਂਦੀ, ਕਿਰਪਾ ਕਰਕੇ ਕਾਰਨ ਦੱਸੋ ਜੀ। ਗੁਰੂ ਸਾਹਿਬ ਜੀ ਨੇ ਦੱਸਿਆ ਇਹ ਪਿਛਲੇ 3 ਜਨਮਾਂ ਤੋਂ ਇਸਤਰੀ ਹੀ ਹੁੰਦੀ ਆ ਰਹੀ ਹੈ, ਉਸ ਤੋਂ ਪਹਿਲਾਂ ਇਹ ਮਰਦ ਦਾ ਰੂਪ ਹੁੰਦੀ ਸੀ। ਉਦੋਂ ਇਹ ਰਾਜਾ ਜਨਕ ਦੇ ਘਰ ਵਿੱਚ ਰਸੋਈਆ ਸੀ। ਇੱਕ ਦਿਨ ਰਾਜੇ ਦੇ ਮਨ ਵਿੱਚ ਵਿਚਾਰ ਕੀਤਾ ਕਿ ਇਹ ਤਾਂ ਇਸਤਰੀਆਂ ਵਾਂਗ ਪ੍ਰਸ਼ਾਦ ਤਿਆਰ ਕਰਦਾ ਹੈ,
ਪਰ ਇਹ ਰਾਜੇ ਜਨਕ ਨੂੰ ਆਪਣਾ ਜੂਠਾ ਖਵਾ ਦਿੰਦਾ ਸੀ। ਇਸ ਕਰਕੇ ਇਸ ਨੂੰ ਇਹ ਜਨਮ ਧਾਰਨਾ ਪਿਆ। ਇਹ ਸੁਣ ਕੇ ਉਹ ਚੁੱਪ ਕਰ ਗਈ ਅਤੇ ਗੁਰੂ ਸਾਹਿਬ ਜੀ ਨੇ ਫਿਰ ਦੱਸਿਆ ਕਿ ਝੂਠ ਬੋਲਣ ਦਾ ਵੀ ਬੜਾ ਵੱਡਾ ਪਾਪ ਹੁੰਦਾ ਹੈ ਅਤੇ ਜੂਠਾ ਖਵਾਉਣ ਦਾ ਵੀ ਬੜਾ ਵੱਡਾ ਪਾਪ ਹੁੰਦਾ ਹੈ। ਇਸ ਕਰਕੇ ਜਨਮ ਧਾਰਨਾ ਪੈਂਦਾ ਹੈ। ਗੁਰੂ ਸਾਹਿਬ ਜੀ ਨੇ ਉਸ ਨੂੰ ਫਿਰ ਦੱਸਿਆ ਕਿ ਇਸ ਦਾ ਵੀ ਉਧਾਰ ਹੋਵੇਗਾ। ਹੁਣ ਉਸ ਤੋਂ ਅਗਲਾ ਜਨਮ ਇਸ ਦਾ ਮਰਦ ਦਾ ਹੋਵੇਗਾ। ਅਤੇ ਇਹ ਬੜਾ ਨਾਮ ਜਪੇਗੀ। ਫਿਰ ਇਸ ਦਾ ਉਧਾਰ ਹੋ ਜਾਵੇਗਾ। ਫਿਰ ਇਹ ਜਨਮ ਨਹੀਂ ਲਵੇਗੀ। ਫਿਰ ਗੁਰੂ ਜੀ ਨੇ ਕਿਹਾ, ਭਾਈ ਤੂੰ ਆਪਣੇ ਪੁੱਤਰ ਤੇ ਨੂੰਹ ਨੂੰ ਵੀ ਬੁਲਾ ਲੈ। ਫਿਰ ਕੋਹੇ ਨੇ ਆਪਣੇ ਨੂੰਹ ਨੂੰ ਵੀ ਬੁਲਾਇਆ। ਉਸ ਦੇ ਪੁੱਤਰ ਅਮਰਤੀ ਅਤੇ ਕਰਮਦੇਵਾ ਨੂੰਹ ਨੇ ਆ ਕੇ ਗੁਰੂ ਸਾਹਿਬ ਜੀ ਦੇ ਅੱਗੇ ਮੱਥਾ ਟੇਕਿਆ। ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਤੇਰੀ ਨੂੰਹ ਬੜੀ ਗੁਰਮੁਖ ਹੈ। ਕਿਉਂਕਿ ਪਿਛਲੇ ਜਨਮ ਵਿੱਚ ਵੀ ਇਹ ਰਾਜੇ ਦੀ ਰਾਣੀ ਦੀ ਖਾਸ ਗੋਲੀ ਹੁੰਦੀ ਸੀ। ਫਿਰ ਇਸ ਨੇ ਰਾਜੇ ਨੂੰ ਕਿਹਾ ਸੀ ਕਿ ਮੈਂ ਤੇਰੇ ਘਰ ਦੀ ਗੋਲੀ ਹਾਂ, ਪਰ ਮੇਰਾ ਧਰਮ ਸੱਤ ਰਹੇਗਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਸਾਰੇ ਪਰਿਵਾਰ ਦੇ ਉਧਾਰ ਦੇ ਬਾਰੇ ਵਿੱਚ ਦੱਸਿਆ ਕਿ ਤੁਹਾਡਾ ਉਧਾਰ ਕਦੋਂ ਹੋਵੇਗਾ, ਤੁਹਾਡਾ ਜਨਮ ਮਰਨ ਕਦੋਂ ਖਤਮ ਹੋਵੇਗਾ। ਫਿਰ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਤੁਸੀਂ ਸਾਰਾ ਪਰਿਵਾਰ ਪ੍ਰਸ਼ਾਦ ਛਕ ਲਓ ਅਤੇ ਮੈਨੂੰ ਵੀ ਦਿਓ। ਫਿਰ ਸਾਰਿਆਂ ਨੇ ਪ੍ਰਸ਼ਾਦ ਮੂੰਹ ਵਿੱਚ ਪਾਇਆ। ਜਿਉਂ ਹੀ ਉਹਨਾਂ ਨੇ ਪ੍ਰਸ਼ਾਦ ਮੂੰਹ ਵਿੱਚ ਪਾਇਆ, ਉਹਨਾਂ ਦੇ ਕਪਾੜ ਖੁੱਲ੍ਹ ਗਏ। ਉਹ ਸਾਰੇ ਕਰੂਪ ਹੋ ਗਏ। ਗੁਰੂ ਸਾਹਿਬ ਜੀ ਨੇ ਫਿਰ ਉੱਥੋਂ ਅੱਗੇ ਚਾਲੇ ਪਾ ਦਿੱਤੇ ਅਤੇ ਉਹਨਾਂ ਨੂੰ ਅੰਮ੍ਰਿਤ ਵੇਲੇ ਜਾ ਕੇ ਨਾਮ ਜਪਣ ਦਾ ਉਪਦੇਸ਼ ਦਿੱਤਾ। ਸਾਖੀ ਸੰਪੂਰਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।